ਪੰਜਾਬੀ ਅਕੈਡਮੀ ਚੈਨਲ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਇਸ ਤੋਂ ਪਹਿਲਾਂ ਕਿ ਵੀਡੀਓ ਸ਼ੁਰੂ ਕਰੀਏ, ਮੈਂ ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ ਨਵੀਆਂ ਵੀਡੀਓਜ਼ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ। ਅਗਰ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ। ਅੱਜ ਅਸੀਂ 12ਵੀਂ ਕਲਾਸ ਦੀ ਪੁਸਤਕ ਲਾਜ਼ਮੀ ਪੰਜਾਬੀ ਵਿੱਚ ਦਰਜ ਕਹਾਣੀ ਸਾਂਝ ਬਾਰੇ ਪੜ੍ਹਾਂਗੇ, ਜਿਸ ਦੇ ਕਹਾਣੀਕਾਰ ਹਨ ਸੁਜਾਨ ਸਿੰਘ। ਸਭ ਤੋਂ ਪਹਿਲਾਂ ਅਸੀਂ ਕਹਾਣੀਕਾਰ ਦੀ ਜੀਵਨੀ ਬਾਰੇ ਪੜ੍ਹਾਂਗੇ। ਸੁਜਾਨ ਸਿੰਘ ਦਾ ਜਨਮ 29 ਜੁਲਾਈ 1909 ਈਸਵੀ ਨੂੰ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਿਖੇ ਮਾਤਾ ਜਮਨਾ ਦੇਵੀ ਜੀ ਦੀ ਕੁੱਖੋਂ ਤੇ ਸਰਦਾਰ ਹਕੀਮ ਸਿੰਘ ਜੀ ਦੇ ਘਰ ਹੋਇਆ। ਆਪ ਦੀ ਵਿਦਿਅਕ ਯੋਗਤਾ MA, BT ਅਤੇ ਕਿੱਤਾ ਅਧਿਆਪਨ ਸੀ। ਆਪ ਸਕੂਲ ਅਧਿਆਪਕ, ਕਾਲਜ ਲੈਕਚਰਰ ਅਤੇ ਪ੍ਰਿੰਸੀਪਲ ਦੇ ਅਹੁਦੇ ਤੇ ਵੀ ਕੰਮ ਕਰਦੇ ਰਹੇ। ਆਪ ਦਾ ਦੇਹਾਂਤ 21 ਅਪ੍ਰੈਲ 1993 ਈਸਵੀ ਨੂੰ ਹੋਇਆ। ਸੁਜਾਨ ਸਿੰਘ ਨੇ ਕਵਿਤਾ, ਵਾਰਤਕ ਤੇ ਸਵੈ ਜੀਵਨੀ ਲਿਖੀ, ਪਰ ਉਹਨਾਂ ਦੀ ਪ੍ਰਸਿੱਧੀ ਕਹਾਣੀਕਾਰ ਦੇ ਤੌਰ ਤੇ ਹੋਈ। ਉਹਨਾਂ ਦੇ ਪ੍ਰਸਿੱਧ ਕਹਾਣੀਕਾਰ ਹਨ ਦੁੱਖ ਸੁੱਖ, ਦੁੱਖ ਸੁੱਖ ਤੋਂ ਪਿੱਛੋਂ, ਮਨੁੱਖ ਤੇ ਪਸ਼ੂ, ਨਵਾਂ ਰੰਗ, ਸਵਾਲ ਜਵਾਬ, ਸ਼ਹਿਰ ਤੇ ਗਰਾਂ। ਸੁਜਾਨ ਸਿੰਘ ਨੂੰ ਸ਼ਹਿਰ ਤੇ ਗਰਾਂ ਲਈ ਸਾਹਿਤਕ ਅਕਾਦਮੀ ਦਾ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਇਆ। ਕਹਾਣੀ ਸਾਂਝ। ਸਾਈਕਲ ਤੇ ਸਵਾਰ ਹੋਣ ਤੋਂ ਪਹਿਲਾਂ ਪ੍ਰੋਫੈਸਰ ML ਮਲਹੋਤਰਾ ਨੇ ਪੈਡਲ ਤੇ ਪੈਰ ਰੱਖ ਕੇ ਸਾਈਕਲ ਕਾਫੀ ਤੋਂ ਜ਼ਿਆਦਾ ਚਿਰ ਰੇੜਿਆ। ਆਮ ਆਦਮੀ ਵੀ ਉਸਨੂੰ ਇਸ ਤਰ੍ਹਾਂ ਸਾਈਕਲ ਸਵਾਰ ਹੁੰਦਿਆਂ ਦੇਖ ਕੇ ਕਹਿ ਦਿੰਦਾ ਕਿ ਉਸਨੇ ਤਾਂ ਨਵਾਂ ਸਾਈਕਲ ਚਲਾਉਣਾ ਸਿੱਖਿਆ ਹੈ, ਪਰ ਅਸਲ ਵਿੱਚ ਇਹ ਗੱਲ ਨਹੀਂ ਸੀ। ਸਾਈਕਲ ਚਲਾਉਣਾ ਸਿੱਖਿਆ ਨੂੰ ਉਸਨੂੰ ਲਗਭਗ 30 ਸਾਲ ਹੋ ਚੁੱਕੇ ਸਨ ਅਤੇ ਉਹ ਵਾਹਵਾ ਸਾਫ ਸਾਈਕਲ ਚਲਾ ਸਕਦਾ ਸੀ। ਇਹ ਸ਼ਹਿਰ ਨਹੀਂ ਸੀ, ਪਰ ਪ੍ਰੋਫੈਸਰ ਭੀੜ ਭਰੇ ਸ਼ਹਿਰਾਂ ਤੇ ਤੰਗ ਬਾਜ਼ਾਰਾਂ ਵਿੱਚੋਂ ਵੀ ਬਿਨਾਂ ਟੱਲੀ ਖੜਕਾਇਆਂ ਆਪਣਾ ਵਿੰਗ ਤੜਿੰਗਾ ਰਾਹ ਪਰੋਂਦਾ ਲੰਘ ਜਾਂਦਾ ਸੀ। ਅਸਲ ਵਿੱਚ ਉਹ ਕੁਝ ਸੋਚਦਾ ਕਾਲਜ ਵਿੱਚੋਂ ਨਿਕਲਿਆ ਸੀ ਤੇ ਸੋਚਦਿਆਂ ਹੀ ਉਸਨੇ ਆਦਤਨ ਜ਼ੋਰ ਨਾਲ ਪੈਡਲ ਤੇ ਪੈਰ ਰੱਖ ਦਿੱਤਾ ਸੀ ਅਤੇ ਕਿਸੇ ਹੋਰ ਹੀ ਅੱਖ ਨਾਲ ਦੂਰ ਤੱਕ ਸੜਕ ਦੇ ਕੱਚੇ ਟੋਟੇ ਨੂੰ ਬੰਦਿਆਂ ਵੱਲੋਂ ਪੱਕੀ ਸੜਕ ਤੱਕ ਸਾਫ਼ ਦੇ ਕੇ ਸਾਈਕਲ ਨੂੰ ਧੱਕਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਅੱਗੇ ਚੜ੍ਹਾਈ ਸੀ, ਸੜਕ ਵਿੱਚ ਰੋੜੇ ਵੀ ਬੜੇ ਉਭਰੇ ਹੋਏ ਸਨ ਤੇ ਕਿਤੇ ਪਾਣੀ ਨੇ ਵਗ ਕੇ ਡੂੰਘੀਆਂ ਘਰਾਲਾਂ ਵਾਹ ਛੱਡੀਆਂ ਹੋਈਆਂ ਸਨ। ਤਿੰਨਾਂ ਗੱਲਾਂ ਨੇ ਰਲ ਕੇ ਸਾਈਕਲ ਨੂੰ ਰੇੜੇ ਪੈਣ ਵਿੱਚ ਕਾਫੀ ਦੇਰ ਲਾ ਦਿੱਤੀ। ਬਹੁਤਾ ਜ਼ੋਰ ਲੱਗਣ ਨਾਲ ਪ੍ਰੋਫੈਸਰ ਸਾਹਿਬ ਦੀ ਸੋਚ ਦਾ ਸਿਲਸਿਲਾ ਟੁੱਟਾ ਅਤੇ ਉਹਨਾਂ 2-4 ਪੈਰ ਆਪਣੇ ਧਿਆਨ ਪੂਰੇ ਜ਼ੋਰ ਨਾਲ ਮਾਰ ਕੇ ਕਾਠੀ ਉੱਤੇ ਪਾਲਕੀ ਮਾਰ ਦਿੱਤੀ। ਕਾਠੀ ਤੇ ਬੈਠਦਿਆਂ ਹੀ ਪ੍ਰੋਫੈਸਰ ਨੂੰ ਹੋਰ ਜ਼ੋਰ ਲਾਉਣਾ ਪਿਆ। ਟਾਇਰ ਖਿੰਗਰੀਲੇ ਕੱਚੇ ਰੋੜਿਆਂ ਤੇ ਥਿਰਕਦੇ ਸਨ ਤੇ ਸਾਈਕਲ ਖੱਬੇ ਸੱਜੇ ਡੋਲਦਾ, ਵੱਲ ਖਾਂਦਾ, ਹੌਲੀ ਵੱਧ ਰਿਹਾ ਸੀ। ਪ੍ਰੋਫੈਸਰ ਨੂੰ ਇਸ ਵਿੱਚ ਆਪਣੇ ਮੁੱਢਲੇ ਜੀਵਨ ਦੀਆਂ ਮੁਸ਼ਕਲਾਂ ਤੇ ਮੁਸ਼ਕਲਾਂ ਨਾਲ ਸਮਾਨਤਾ ਜਾਪੀ। ਪੱਕੀ ਸੜਕ ਤੱਕ ਪਹੁੰਚਦਿਆਂ ਉਸਦਾ ਸਾਈਕਲ ਬਿਲਕੁਲ ਖਲੋ ਜਾਣ ਲੱਗਾ ਸੀ ਕਿ ਉਸਨੇ ਜ਼ੋਰ ਦੇ 1-2 ਧੱਕਿਆਂ ਨਾਲ ਉਸਨੂੰ ਸੜਕ ਤੇ ਚੜ੍ਹਾ ਹੀ ਲਿਆ। ਸੜਕ ਤੋਂ ਉਹ ਖੱਬੇ ਪਾਸੇ ਮੁੜਿਆ। ਇਤਿਹਾਸਿਕ ਗੁਰਦੁਆਰੇ ਦੇ ਵੱਡੇ ਦਰਵਾਜ਼ੇ ਦੀਆਂ ਪੌੜੀਆਂ ਦੇ ਲਾਗੇ ਸੰਘਣੀ ਤਰੇਕ ਦੀ ਨਿੱਕੀ ਜਿਹੀ ਹਰੀ ਭਰੀ ਛਾਂ ਹੇਠਾਂ ਕੁਝ ਮਰਦਾਵੀਆਂ ਅਤੇ ਜਨਾਨਾ ਸਵਾਰੀਆਂ ਬੱਸ ਦੀ ਉਡੀਕ ਕਰ ਰਹੀਆਂ ਸਨ। ਕੁਝ ਸਵਾਰੀਆਂ ਉਸਦੀ ਪਿੱਠ ਪਿੱਛੇ ਸੜਕ ਦੇ ਖੱਬੇ ਬੰਨੇ ਬਣਾਏ ਬੱਸ ਸਟੈਂਡ ਵਿੱਚ ਇੱਧਰ-ਉੱਧਰ ਦੀਆਂ ਗੱਲਾਂ ਕਰ ਰਹੀਆਂ ਸਨ। ਜੇਠ ਦਾ ਪਹਿਲਾ ਦਿਨ ਦੁਪਹਿਰ ਲੰਘਾ ਕੇ ਵੀ ਆਪਣਾ ਜੌਬਨ ਦਿਖਾ ਰਿਹਾ ਸੀ।
ਤੇ ਸਟੈਂਡ ਦੀ ਛਾਵੇਂ ਖੜੋਤੀ ਕੋਈ ਸਵਾਰੀ ਗਰਮੀ ਦੀ ਸ਼ਿਕਾਇਤ ਕਰਦੀ ਉਸਨੂੰ ਸੁਣਾਈ ਦੇ ਰਹੀ ਸੀ। ਕੱਚੀ ਤੇ ਉਖੜੀ ਪੁਖੜੀ ਸੜਕ ਤੇ ਜ਼ੋਰ ਲਾਉਣ ਨਾਲ ਪ੍ਰੋਫੈਸਰ ਨੂੰ ਪਸੀਨਾ ਆ ਗਿਆ ਸੀ। ਇਸ ਥਾਂ ਤੋਂ ਫਰਲਾਗ ਕੂ ਦੀ ਵਿੱਥ ਤੱਕ ਪੱਕੀ ਸੜਕ ਢਲਵਾਨ ਸੀ ਤੇ ਪ੍ਰੋਫੈਸਰ ਨੇ ਪੈਡਲ ਤੇ ਪੈਰ ਮਾਰਨੇ ਬੰਦ ਕਰ ਦਿੱਤੇ ਸਨ। ਸਾਈਕਲ ਰੇੜੇ ਪੈ ਗਿਆ ਸੀ। ਅਚਾਨਕ ਦੋ ਕੁ ਤੇਜ਼ ਪੈਰ ਮਾਰ ਕੇ ਉਸਨੇ ਸਾਈਕਲ ਦੀ ਚਾਲ ਨੂੰ ਹੋਰ ਤਿੱਖੀ ਕਰ ਦਿੱਤਾ। ਸਾਹ ਰੋਕ ਕੇ ਖੜੀ ਹਵਾ ਵੀ ਮਾਨੋ ਛੂਹ ਕੇ ਵਗਣ ਲੱਗੀ ਅਤੇ ਉਸਨੂੰ ਬਚਪਨ ਵਿੱਚ ਪੜ੍ਹੀ ਕਵਿਤਾ ਸਾਈਕਲ ਤੇ ਪਹਾੜੀ ਉੱਤੋਂ ਥੱਲੇ ਉਤਰਦਿਆਂ ਦਾ ਚੇਤਾ ਕਰਾਇਆ। ਉਸਨੂੰ ਚੇਤਾ ਆਇਆ ਕਿ ਉਸ ਕਵਿਤਾ ਦੇ ਅੰਤ ਵਿੱਚ ਲਿਖਿਆ ਸੀ ਕਿ ਜਿਹੜਾ ਮਿਹਨਤ ਕਰਕੇ ਤੇ ਜ਼ੋਰ ਲਾ ਕੇ ਪਹਾੜੀ ਦੀ ਚੋਟੀ ਤੇ ਪਹੁੰਚ ਜਾਂਦਾ ਹੈ, ਉਸਦੀ ਉਡੀਕ ਕਰਦੇ ਖੰਭ ਉਸਨੂੰ ਉਸ ਚੋਟੀ ਤੇ ਮਿਲਦੇ ਹਨ। ਉਹ ਸੋਚਣ ਲੱਗਾ ਜਿਵੇਂ ਮਿਹਨਤ ਕਰਕੇ ਵੀ ਉਹ ਆਪਣੇ ਜੀਵਨ ਦੀ ਚੋਟੀ ਤੇ ਨਾ ਪਹੁੰਚ ਸਕਿਆ ਹੋਵੇ ਤੇ ਜੇ ਪਹੁੰਚ ਗਿਆ ਹੋਵੇ ਤਾਂ ਜੀਵਨ ਦੀ ਚੋਟੀ ਤੇ ਵੀ ਸ਼ਾਇਦ ਉਸਦੀ ਉਡੀਕ ਲਈ ਕੋਈ ਖੰਭ ਹੀ ਨਾ ਲਾਏ ਹੋਣ। ਉਹ ਉਤਰਾਈ ਨੂੰ ਮਾਨੋ ਸਰ ਕਰਦਾ ਪੱਧਰੀ ਧਰਤ ਤੇ ਉਤਰ ਆਇਆ ਸੀ ਅਤੇ ਹੁਣ ਆਮ ਜਿਹੀ ਚਾਲ ਨਾਲ ਫਾਟਕਾਂ ਦੇ ਵਿੱਚੋਂ ਰੇਲਵੇ ਦੀ ਲਾਈਨ ਨੂੰ ਪਾਰ ਕਰ ਰਿਹਾ ਸੀ। ਉਸਨੂੰ ਉਸ ਕਵਿਤਾ ਦੀ ਉਸ ਤੁਕ ਦੀ ਸੱਚਾਈ ਦਾ ਅਹਿਸਾਸ ਹੋ ਰਿਹਾ ਸੀ ਕਿ ਹਰ ਪਹਾੜੀ ਦਾ ਭਾਵੇਂ ਉਹ ਕਿੱਡੀ ਉੱਚੀ ਹੋਵੇ ਅੰਤ ਜ਼ਰੂਰ ਹੁੰਦਾ ਹੈ। ਰੇਲਵੇ ਦੀ ਲਾਈਨ ਪਾਰ ਕਰਕੇ ਉਸ ਫੇਰ ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਜੇਠ ਦੀ ਧੁੱਪ ਨੇ ਕਈ ਥਾਵਾਂ ਤੋਂ ਸੜਕ ਦੀ ਲੁੱਕ ਨੂੰ ਪੰਘਰਾ ਦਿੱਤਾ ਸੀ ਅਤੇ ਕੰਢਿਆਂ ਤੋਂ ਵੀ ਇਹ ਵਧੇਰੇ ਪੰਘਰੀ ਹੋਈ ਸੀ। ਇਹ ਲੁੱਕ ਉਸਦੇ ਸਾਈਕਲ ਦੇ ਪਹੀਆਂ ਨੂੰ ਪਕੜ ਕਰ ਰਹੀ ਸੀ ਅਤੇ ਉਹ ਇਸ ਤੋਂ ਬਚ ਕੇ ਪਕੇਰੀ ਲੁੱਕ ਤੇ ਬਜਰੀ ਵਾਲੀ ਥਾਂ ਤੋਂ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਣਕਾਂ ਸਾਂਭੀਆਂ ਜਾਣ ਤੋਂ ਮਗਰੋਂ ਵਧੇਰੇ ਵਾਹੀਆਂ ਅਨਵਾਹੀਆਂ ਪੈਲੀਆਂ ਖਾਕੀ ਮਿੱਟੀ ਉਗਾੜ ਕੇ ਮਾਨੋ ਅਗੇਤਰੇ ਮੀਂਹ ਦੀ ਉਡੀਕ ਕਰ ਰਹੀਆਂ ਸਨ। ਜੇੜ ਦੀ ਧੁੱਪ ਵਿੱਚ ਕੰਢੇ ਤੇ ਉਂਗੀਆਂ ਉੱਚੀਆਂ ਟਾਹਲੀਆਂ ਦੇ ਨਿੱਕੀ ਜਿਹੀ ਨੁੱਕਰ ਵਾਲੇ ਗੋਲ ਪੱਤੇ ਆਪਣੀ ਹਰਿਆਵਲ ਨਾਲ ਪ੍ਰੋਫੈਸਰ ਸਾਹਿਬ ਦੇ ਗਰਮ ਹੋਏ ਚੌਂਦੇ ਸਰੀਰ ਨੂੰ ਦਰਸ਼ਨ ਮਾਤਰ ਨਾਲ ਸੰਘਣੀ ਠੰਡ ਪਾਉਂਦੇ ਸਨ। ਭਾਵੇਂ ਉਹਨਾਂ ਦੀ ਛਾਂ ਨਾ ਹੀ ਪ੍ਰੋਫੈਸਰ ਤੇ ਨਾ ਹੀ ਸੜਕ ਦੇ ਕਿਸੇ ਭਾਗ ਤੇ ਪੈ ਰਹੀ ਸੀ। ਬਰਸਾਤੀ ਪਾਣੀ ਨੂੰ ਕੱਢਣ ਲਈ ਬਣੇ ਐਸ ਵੇਲੇ ਸੁੱਕੇ ਨਾਲੇ ਦੇ ਕੰਢੇ ਤੇ ਅੱਕ ਦੇ ਝਾੜਾਂ ਦੀ ਬਹਾਰ ਦੇਖਣ ਵਾਲੀ ਸੀ। ਪੰਛੀ ਉਡਦੇ ਘੱਟ ਹੀ ਨਜ਼ਰ ਆਉਂਦੇ ਸਨ। ਦੂਰ ਟਾਹਲੀ ਵਿੱਚ ਲੁਕ ਕੇ ਬੈਠੀ ਘੁੱਗੀ ਆਪਣੀ ਘੁੱਗੂ ਕੂ ਦੀ ਮਿੱਠੀ ਕਰੁਣਾ ਭਰੀ ਆਵਾਜ਼ ਨਾਲ ਉਹਨਾਂ ਦੀ ਹੋਂਦ ਦੀ ਗਵਾਹੀ ਦੇ ਰਹੀ ਸੀ। ਅਚਾਨਕ ਮਾੜੀ ਜਿਹੀ ਖੜਖੜ ਦੀ ਆਵਾਜ਼ ਪ੍ਰੋਫੈਸਰ ਨੂੰ ਸੁਣਾਈ ਦਿੱਤੀ। ਹਾਲੇ ਤੱਕ ਬਿਨਾਂ ਇੱਕ ਬੱਸ ਦੇ ਉਸਦੇ ਲਾਗੋਂ ਕੋਈ ਨਹੀਂ ਸੀ ਲੰਘਿਆ। ਉਸਨੇ ਸੁੱਤੇ ਸਿੱਧ ਆਪਣੇ ਪੈਰ ਤੇਜ਼ ਮਾਰਨੇ ਸ਼ੁਰੂ ਕਰ ਦਿੱਤੇ, ਪਰ ਖੜਖੜ ਕਰਦਾ ਸਾਈਕਲ ਉਸਦੇ ਲਾਗੋਂ ਦੀ ਲੰਘ ਹੀ ਗਿਆ। ਪਹਿਲਾਂ ਤਾਂ ਪ੍ਰੋਫੈਸਰ ਨੇ ਸੋਚਿਆ ਕਿ ਉਹ ਸਾਈਕਲ ਨੂੰ ਜਰਾ ਜ਼ੋਰ ਹੋਰ ਤੇਜ਼ ਕਰਕੇ ਲਾਲ ਚੀਰੇ ਵਾਲੇ ਨੌਜਵਾਨ ਦੇ ਲਾਗੋਂ ਦੀ ਨਿਕਲ ਕੇ ਦੱਸ ਦੇ ਪਈ, ਭਾਵੇਂ ਉਸਦੇ ਸਿਰ ਦੇ ਵਾਲ ਚਿੱਟੇ ਹੋ ਗਏ ਹਨ, ਪਰ ਹਾਲੀ ਉਹ ਜਵਾਨਾਂ ਕੋਲ ਮਾਰ ਨਹੀਂ ਖਾਂਦਾ। ਪਰ ਛੇਤੀ ਹੀ ਉਸਦੇ ਦਿਲ ਵਿੱਚ ਚਲੋ ਜਾਣ ਦਿਓ ਦਾ ਭਾਵ ਤੀਬਰ ਹੋ ਗਿਆ ਤੇ ਉਸਨੇ ਆਪਣੇ ਪੈਰਾਂ ਨੂੰ ਤੇਜ਼ ਹੋਣ ਤੋਂ ਰੋਕ ਦਿੱਤਾ। ਪਤਾ ਨਹੀਂ ਕਿਸਾਨ ਨੁਮਾ ਸਾਈਕਲ ਸਵਾਰ ਨੂੰ ਕੀ ਭਾਜੜ ਪਈ ਹੋਈ ਸੀ। ਉਹ ਲੱਕੜ ਦੇ ਗੁਟਕਿਆਂ ਵਾਲੇ ਖੜਖੜਾਉਂਦੇ ਸਾਈਕਲ ਨੂੰ ਧੱਸੀ ਜਾ ਰਿਹਾ ਸੀ। ਦੋ ਪਹੀਆਂ ਤੇ ਦੌੜੇ ਜਾਂਦੇ ਸਾਈਕਲ ਨੂੰ ਦੇਖ ਕੇ ਇਸ ਕਾਢ ਦੀ ਅਹਿਮੀਅਤ ਦਾ ਖਿਆਲ ਉਸਦੇ ਦਿਮਾਗ ਵਿੱਚ ਲਿਸ਼ਕ ਗਿਆ। ਕਿਵੇਂ ਇੱਕੋ ਲਾਈਨ ਵਿੱਚ ਅੱਗੇ ਪਿੱਛੇ ਜੋੜੇ ਦੋ ਪਹੀਏ ਇੱਕ ਤੇਜ਼ ਸਵਾਰੀ ਦਾ ਸਾਧਨ ਬਣ ਗਏ ਸਨ। ਉਸਦਾ ਮਨ ਦੌੜ ਕੇ ਇਸ ਖਿਆਲ ਵੱਲ ਜਾ ਪਿਆ ਕਿ ਸਾਈਕਲ ਗਰੀਬ ਦੀ ਸਵਾਰੀ ਹੈ ਤੇ ਫਿਰ ਉਸਨੂੰ ਕੱਲ੍ਹ ਅੰਗਰੇਜ਼ੀ ਦੇ ਰੋਜ਼ਾਨਾ ਅਖਬਾਰ ਦੀ ਖਬਰ ਵਿੱਚੋਂ ਇੱਕ ਭਾਰਤੀ ਲੀਡਰ ਦੀ ਤਕਰੀਰ ਦਾ ਇੱਕ ਫਿਰਕਾ ਯਾਦ ਆਇਆ ਕਿ ਜਿੱਥੇ ਦੂਜੇ ਦੇਸ਼ਾਂ ਵਿੱਚ
ਸਪੂਤਨਿਕਾਂ, ਹਵਾਈ ਜਹਾਜ਼ਾਂ ਜਾਂ ਘੱਟੋ ਘੱਟ ਕਾਰਾਂ ਦਾ ਯੁੱਗ ਆ ਗਿਆ ਹੈ, ਉੱਥੇ ਭਾਰਤ ਹਾਲੀ ਮਸੀਂ ਸਾਈਕਲ ਦੇ ਯੁੱਗ ਤੱਕ ਪਹੁੰਚਿਆ ਹੈ। ਕਿੰਨੀ ਫਸੀਦੀ ਆਦਮੀ ਹਨ ਭਾਰਤ ਦੇ ਜਿਨ੍ਹਾਂ ਕੋਲ ਸਵਾਰੀ ਲਈ ਸਾਈਕਲ ਵੀ ਹਨ। ਉਸ ਸੋਚਿਆ। ਉਸਨੂੰ ਇਹ ਸੰਖਿਆ ਨਿਗੂਣੀ ਜਿਹੀ ਜਾਪੀ। ਉਸਨੇ ਫੈਸਲਾ ਕੀਤਾ ਭਾਰਤ ਸਾਈਕਲ ਦੇ ਯੁੱਗ ਵਿੱਚੋਂ ਨਹੀਂ ਪਹੁੰਚਿਆ। ਇਹ ਵੀ ਸਾਡੀ ਇੱਕ ਖੁਸ਼ਫਹਿਮੀ ਹੈ ਕਿ ਸਾਈਕਲ ਗਰੀਬਾਂ ਦੀ ਸਵਾਰੀ ਹੈ। ਸਾਈਕਲ ਕਾਲ ਵੀ ਤਾਂ ਭਾਰਤ ਦੀ ਗਰੀਬੀ ਦਾ ਸੂਚਕ ਹੈ। ਉਸਨੂੰ ਸਾਈਕਲ ਦੇ ਨਾਂ ਤੇ ਆਪਣੀ ਗਰੀਬੀ ਦਾ ਅਹਿਸਾਸ ਹੋਇਆ। ਉਸਨੂੰ ਪ੍ਰਤੀਤ ਹੋਇਆ ਕਿ ਉਸਦੀ ਧੋਬੀ ਦੀ ਧੋਤੀ ਚਿੱਟੀ ਪਤਲੂਨ ਤੇ ਬੁਰਸ਼ਟ ਵਿੱਚੋਂ ਉਸਦੀ ਕਾਲੀ ਤੇ ਗਲੀਜ਼ ਗਰੀਬੀ ਫੁੱਟ ਪਈ ਹੈ ਤੇ ਸਾਰੀ ਦੁਨੀਆ ਨੇ ਉਸਨੂੰ ਦੇਖ ਲਿਆ ਹੈ। ਉਹਨੂੰ ਗਰੀਬ ਲੋਕਾਂ ਨੇ ਵੀ, ਜੋ ਉਸਦੀ ਚਿੱਟੀ ਪਤਲੂਨ ਨੂੰ ਉਸਦੀ ਅਮੀਰੀ ਜਾਂ ਅਫਸਰੀ ਦਾ ਚਿੰਨ੍ਹ ਸਮਝ ਕੇ ਬਿਨਾਂ ਜਾਣ ਪਛਾਣ ਤੋਂ ਹੀ ਸਲਾਮਾਂ ਮਾਰਦੇ ਰਹਿੰਦੇ ਸਨ। ਅਸਲ ਵਿੱਚ ਉਸਨੂੰ ਬੁੱਢੇ ਵਾਰੀ ਮੁੱਢਲੀ ਤਨਖਾਹ ਤੇ ਲੈਕਚਰਾਰੀ ਮਿਲੀ ਸੀ ਤੇ ਟੱਬਰਦਾਰੀ ਉਸਦੀ ਵੱਡੀ ਸੀ। ਦੂਜੇ ਬੰਨਿਓਂ ਇੱਕ ਬੱਸ ਆ ਰਹੀ ਸੀ ਤੇ ਉਸ ਦੂਰੋਂ ਹੀ ਹਾਰਨ ਵਜਾਇਆ ਸੀ। ਲਾਲ ਚੀਰੇ ਵਾਲਾ ਸਾਈਕਲ ਸਵਾਰ ਸੜਕ ਤੋਂ ਥੱਲੇ ਉਤਰ ਗਿਆ ਸੀ। ਪ੍ਰੋਫੈਸਰ ਨੂੰ ਵੀ ਖੱਬੇ ਬੰਨੇ ਉਤਰਨਾ ਪਿਆ ਤੇ ਉਸਨੇ ਇਸ ਆਪਣੇ ਬਚਾਅ ਦੇ ਕੰਮ ਨੂੰ ਵੀ ਆਪਣੀ ਹੱਤਕ ਸਮਝਿਆ। ਅੱਜ ਜੇ ਉਸਦੇ ਕੋਲ ਕਾਰ ਹੁੰਦੀ ਤਾਂ ਉਸਨੂੰ ਪੂਰੀ ਸੜਕ ਤੋਂ ਥੱਲੇ ਨਾ ਉਤਰਨਾ ਪੈਂਦਾ। ਤੇ ਹੋਰ ਦੇਖੋ, ਇਹ ਭੂਤਨੀ ਉਸਦੇ ਅੱਧੇ ਚਿੱਟੇ ਸਿਰ ਵਿੱਚ ਧੂੜ ਦੀ ਟੋਕਰੀ ਪਾ ਕੇ ਚਲਦੀ ਬਣੀ ਸੀ ਅਤੇ ਉਸਦੀਆਂ ਅੱਖਾਂ ਅੱਗੇ ਕੁਝ ਚਿਰ ਲਈ ਹਨੇਰਾ ਤਾਣ ਗਈ ਸੀ। ਧੂੜ ਦੀ ਧੁੰਦ ਵਿੱਚੋਂ ਕਿਸਾਨ ਸਾਈਕਲ ਸਵਾਰ ਉਸਨੂੰ ਸੜਕ ਤੇ ਚੜ੍ਹਦਾ ਦਿਸਿਆ। ਇੱਕ ਤੀਵੀਂ ਦਾ ਬੁੱਤ ਉਸਨੂੰ ਸੜਦੇ ਕੱਟੇ ਵਿੱਚ ਤੁਰਦਾ ਦਿਸ ਰਿਹਾ ਸੀ। ਉਸਦੀ ਪਿੱਠ ਪ੍ਰੋਫੈਸਰ ਸਾਹਿਬ ਵੱਲ ਸੀ ਅਤੇ ਉਹ ਉਸ ਪਾਸੇ ਜਾ ਰਹੀ ਸੀ ਜਿਸ ਪਾਸੇ ਦੋਵੇਂ ਸਾਈਕਲ ਸਵਾਰ। ਅੰਦਾਜ਼ੇ ਤੋਂ ਪ੍ਰੋਫੈਸਰ ਨੇ ਜਾਣਿਆ ਕਿ ਤੀਵੀਂ ਨੇ ਸਾਈਕਲ ਸਵਾਰ ਨੂੰ ਕੁਝ ਕਿਹਾ ਤੇ ਉਸਨੇ ਮੁੜ ਕੇ ਤੀਵੀਂ ਵੱਲ ਦੇਖਿਆ ਹੈ, ਪਰ ਸਾਈਕਲ ਸਵਾਰ ਝੱਟ ਹੀ ਤੀਵੀਂ ਤੋਂ ਦੂਰ ਲੰਘ ਚੁੱਕਾ ਸੀ। ਹੁਣ ਪ੍ਰੋਫੈਸਰ 2 ਕੁ ਮੀਲ ਪੈਂਡਾ ਕਰ ਚੁੱਕਾ ਸੀ ਤੇ ਉਸਦੀ ਸਵੇਰੇ ਹੀ ਸ਼ੇਵ ਕੀਤੀ ਤਿੱਖੀ ਠੋਡੀ ਤੋਂ ਪਸੀਨਾ ਵਗ ਤੁਰਿਆ ਸੀ। ਸੱਜੇ ਹੱਥ ਨਾਲ ਰੁਮਾਲ ਕੱਢ ਕੇ ਉਸ ਆਪਣਾ ਮੂੰਹ ਪੂੰਝਿਆ ਅਤੇ ਰੁਮਾਲ ਜੇਬ ਵਿੱਚ ਪਾ ਕੇ ਹੈਂਡਲ ਫੇਰ ਦੋਹਾਂ ਹੱਥਾਂ ਨਾਲ ਸੰਭਾਲ ਲਿਆ। ਹੁਣ ਉਸਦਾ ਸਾਈਕਲ ਉਸ ਤੀਵੀਂ ਦੇ ਬਰਾਬਰ ਪਹੁੰਚ ਰਿਹਾ ਸੀ। ਤੀਵੀਂ ਦੇ ਕੰਨ ਖੜੇ ਹੋ ਗਏ ਸਨ ਤੇ ਸਾਈਕਲ ਦੇ ਬਰਾਬਰ ਪਹੁੰਚਦਿਆਂ ਉਸਨੇ ਕਿਹਾ, ਬੇ ਵੀਰਾ ਸਾਈਕਲ ਵਾਲਿਆ, ਮੈਨੂੰ ਵੀ ਨਾਲ ਲੈ ਚੱਲ। ਪ੍ਰੋਫੈਸਰ ਨੇ ਮੁੜ ਕੇ ਇੱਕ ਨਜ਼ਰ ਭਰ ਕੇ ਉਸ ਵੱਲ ਦੇਖਿਆ ਤੇ ਫਿਰ ਮੂੰਹ ਸਿੱਧਾ ਕਰਕੇ ਸਾਈਕਲ ਚਲਾਈ ਗਿਆ। ਅੱਧ ਫਰਲਾਗ ਜਾ ਕੇ ਉਸਦਾ ਸਾਈਕਲ ਰੁਕ ਗਿਆ, ਜਿਵੇਂ ਮਾਈ ਦੇ ਹੱਥਾਂ ਨੇ ਆ ਕੇ ਉਸਦੀਆਂ ਬ੍ਰੇਕਾਂ ਨੂੰ ਬੰਨ੍ਹ ਦਿੱਤਾ ਹੋਵੇ। ਉਸ ਸਾਈਕਲ ਪਿਛਾਂਹ ਮੋੜਿਆ ਤੇ ਸੋਚਣ ਲੱਗਾ ਕਿ ਲਾਲ ਚੀਰੇ ਵਾਲੇ ਸਾਈਕਲ ਸਵਾਰ ਨੇ ਉਸਨੂੰ ਸ਼ਹਿਰ ਤੱਕ ਕਿਉਂ ਨਾ ਚੜ੍ਹਾ ਲਿਆ, ਜਦਕਿ ਸ਼ਹਿਰ ਹੁਣ ਮਸੀਂ ਮੀਲ ਕੁ ਰਹਿ ਗਿਆ ਸੀ। ਉਹ ਸਾਈਕਲ ਸਵਾਰ ਉਸਨੂੰ ਪੱਥਰ ਦਿਲ ਜਾਪਿਆ, ਪਰ ਚੰਗਾ ਤਾਂ ਉਹ ਆਪ ਵੀ ਨਹੀਂ ਸੀ ਜੋ ਇੱਕ ਮੁਹਤਾਜ ਨੂੰ ਮੁਸ਼ਕਿਲ ਵਿੱਚ ਛੱਡ ਕੇ ਅਗਾਂਹ ਲੰਘ ਗਿਆ ਸੀ। ਉਸਨੂੰ ਆਪਣੀ ਗਲਤੀ ਠੀਕ ਕਰਦਿਆਂ ਖੁਸ਼ੀ ਪ੍ਰਤੀਤ ਹੋ ਰਹੀ ਸੀ। ਉਸਨੇ ਕੋਲ ਜਾ ਕੇ ਮਾਈ ਨੂੰ ਪੁੱਛਿਆ, ਮਾਈ ਕਿੱਥੇ ਜਾਣਾ ਈ? ਬੇ ਵੀਰਾ ਮੈਂ ਜਾਣੇ ਸਹੇੜੇ। ਸਹੇੜਾ ਕਿੱਥੇ ਹੈ? ਬਾਗਾ ਵਾਲੇ ਦੇ ਗੈਲ ਤਿੰਨਕੋ। ਪ੍ਰੋਫੈਸਰ ਨੇ ਸਮਝਿਆ ਸੀ ਮਾਈ ਨੇ ਉਸਦੇ ਸ਼ਹਿਰ ਜਾਣਾ ਹੈ ਜੋ ਮਸੀਂ ਮੀਲ ਕੁ ਸੀ ਉੱਥੋਂ, ਪਰ ਬਾਗਾ ਵਾਲਾ ਤਾਂ ਉੱਥੋਂ 9 ਮੀਲ ਸੀ। ਮਾਈ ਬਹੁਤ ਹੀ ਬੁੱਢੀ ਸੀ, ਸੁੱਕੀ ਹੋਈ ਪੁਗੜੀ ਉਸਨੂੰ ਦਿਸਦਾ ਵੀ ਚੰਗੀ ਤਰ੍ਹਾਂ ਨਹੀਂ ਸੀ। ਪੈਰ ਉਸਦੇ ਨੰਗੇ ਸਨ, ਪਤਾ ਨਹੀਂ ਉਹ ਭੁੰਬਲ ਵਰਗੀ ਧੂੜ ਵਿੱਚ ਕਿਵੇਂ ਖੜੀ ਸੀ। ਕਾਲੀ ਗੰਦੀ ਸੁੱਥਣ ਨੂੰ 100 ਕੁ ਰੰਗ ਬਰੰਗੀਆਂ ਟਾਕੀਆਂ ਲੱਗੀਆਂ ਹੋਈਆਂ ਸਨ। ਉਹ ਜਿਹਾ ਹੀ ਕੁੜਤਾ ਸੀ ਜਿਸਦਾ ਰੰਗ ਨਹੀਂ ਪਛਾਣਿਆ ਜਾ ਸਕਦਾ ਸੀ। ਮੈਲ ਨੇ ਉਸਦਾ ਰੰਗ ਮਾਰ ਹੀ ਛੱਡਿਆ ਸੀ। ਸਿਰ ਤੇ ਬਟੇਰਿਆਂ ਦੇ ਜਾਲ ਵਰਗੀ ਤੰਦੋ ਤੰਦ ਚੁੰਨੀ ਸੀ, ਜਿਸ ਨੂੰ ਚੁੰਨੀ ਕਹਿਣਾ ਚੁੰਨੀ ਸ਼ਬਦ ਦੀ ਹੱਤਕ ਸੀ। ਗੰਦਾ ਪਸੀਨਾ ਦੇ ਕੇ ਪ੍ਰੋਫੈਸਰ ਦਾ ਮਨ
ਮਿਚ ਗਿਆ। ਉਸ ਆਪਣੀਆਂ ਨਜ਼ਰਾਂ ਉਸਦੀ ਸੋਟੀ ਤੇ ਕੇਂਦਰਿਤ ਕਰ ਲਈਆਂ। ਥੱਲਿਓਂ ਪਾਟੀ ਹੋਈ ਤੇ ਬਾਹਰੋਂ ਉਸਦੀਆਂ ਖਿਲਰੀਆਂ ਹੋਈਆਂ ਫਾਕਾਂ ਵਾਲੀ ਤੂਤ ਦੀ ਟਾਹਣੀ ਸੀ ਇਹ। ਮੈਂ ਤੇ ਸ਼ਹਿਰ ਜਾਣਾ ਏ, ਮਸੀਂ 1 ਮੀਲ ਐ ਇੱਥੋਂ, ਪੌਣਾ ਕੁ ਕਹੋ, ਪ੍ਰੋਫੈਸਰ ਨੇ ਕਿਹਾ, ਇਸ ਬੇਰਹਿਮੀ ਭਰੀ ਆਸ ਨਾਲ ਕਿ ਉਹ ਆਪੇ ਹੀ ਨਾ ਕਰ ਦੇਵੇਗੀ। ਪਰ ਹੋਇਆ ਉਸਦੇ ਐਨ ਉਲਟ। ਉਸ ਤਰਲੇ ਭਰੀ ਆਵਾਜ਼ ਵਿੱਚ ਕਿਹਾ, ਹਾੜੇ ਹਾੜੇ ਵੀਰ, ਉੱਥੇ ਤੀ ਕੀ ਲੈ ਚੱਲ। ਪ੍ਰੋਫੈਸਰ ਨੂੰ ਸੱਪ ਦੇ ਮੂੰਹ ਵਿੱਚ ਕੋੜ ਕਿਰਲੀ ਵਾਲੀ ਅਖੌਤ ਯਾਦ ਆਈ। ਉਸ ਕਿਹਾ, ਮਾਈ ਬਹਿ ਜਾ ਪਿੱਛੇ। ਕਿੱਥੇ ਬੈਠਾਂ? ਕਿਵੇਂ ਬੈਠਾਂ? ਮੈਨੂੰ ਚੁੱਕ ਕੇ ਚੜ੍ਹਾ ਲੈ, ਨਾਲੇ ਐ ਲੈ ਮੇਰਾ ਥੈਲਾ। ਗੰਦੇ ਥੈਲੇ ਵਿੱਚ ਇੱਕ ਗੰਦਾ ਪਾਟਾ ਹੋਇਆ ਡੱਬੀਦਾਰ ਖੇਸ ਸੀ। ਪ੍ਰੋਫੈਸਰ ਨੇ ਦੰਦਾਂ ਦੀ ਕਚੀਚੀ ਵੱਟ ਕੇ ਉਸ ਨੂੰ ਦੂਰ ਰੱਖਣ ਦੀ ਨੀਤੋਂ ਸਾਈਕਲ ਦੀ ਬੱਤੀ ਦੀ ਹੁੱਕ ਨਾਲ ਲਮਕਾਉਣ ਦਾ ਯਤਨ ਕੀਤਾ, ਪਰ ਮੱਡ ਗਾਰਡ ਤੋਂ ਉਹ ਇੱਕ ਪਾਸੇ ਉਲਰ ਗਿਆ, ਸੋ ਉਸਨੂੰ ਉਹ ਹੈਂਡਲ ਨਾਲ ਹੀ ਲਟਕਾਉਣਾ ਪਿਆ। ਇੱਕ ਬਾਂਹ ਦਾ ਸਹਾਰਾ ਦੇ ਕੇ ਮਾਨੋ ਅੱਖਾਂ ਮੀਟ ਕੇ ਉਸਨੇ ਉਸਨੂੰ ਪਿੱਛੇ ਕੈਰੀਅਰ ਤੇ ਬਿਠਾ ਲਿਆ। ਉਹ ਬੱਚੇ ਦੇ ਭਾਰ ਜਿੰਨੀ ਹੌਲੀ ਸੀ। ਪ੍ਰੋਫੈਸਰ ਨੇ ਹੱਥ ਨੂੰ ਲੱਗੇ ਮਾਈ ਦੇ ਬਦਬੂ ਭਰੇ ਪਸੀਨੇ ਦੀ ਹੁਣ ਕੋਈ ਪਰਵਾਹ ਨਾ ਕੀਤੀ, ਕਿਉਂਕਿ ਉਸਦਾ ਧਿਆਨ ਹੁਣ ਹੋਰ ਖਿਆਲਾਂ ਵੱਲ ਲੱਗ ਗਿਆ ਸੀ। ਸਾਈਕਲ ਨੂੰ ਉਹ ਥੋੜਾ ਜਿਹਾ ਰੇੜੇ ਪਾ ਕੇ ਅੱਗੇ ਦੀ ਪੈਰ ਕੱਢ ਕੇ ਕਾਠੀ ਤੇ ਬੈਠ ਕੇ ਉਹ ਉਸਨੂੰ ਚਲਾਉਣ ਲੱਗਾ। ਉਸਨੇ ਝੱਟ ਹੀ ਪਤਾ ਕਰ ਲਿਆ ਕਿ ਉਸ ਮਾਈ ਦਾ ਕੋਈ ਸੰਗ ਸਾਕ ਨਹੀਂ ਸੀ। ਉਹ ਜੇਠ ਦੀ ਸੰਗਰਾਂਦ ਨੂੰ ਤੁਰ ਕੇ 13, 14, 15 ਮੀਲ ਤੇ ਗੁਰਦੁਆਰੇ ਆਈ ਸੀ। ਪਿੰਡ ਵਿੱਚ ਇੱਕ ਝੁੱਗੀ ਤੋਂ ਸਿਵਾਏ ਉਸਦਾ ਕੁਝ ਵੀ ਨਹੀਂ ਸੀ। ਜੇ ਆਂਢ ਗੁਆਂਢ ਆਪੇ ਹੀ ਉਸਨੂੰ ਕੁਝ ਖਾਣ ਨੂੰ ਦੇ ਦੇਣ ਤਾਂ ਉਹ ਲੈ ਲੈਂਦੀ, ਪਰ ਉਹ ਕਿਸੇ ਦੇ ਘਰੋਂ ਕੁਝ ਮੰਗਣ ਨਹੀਂ ਸੀ ਜਾਂਦੀ, ਭਾਵੇਂ ਉਸਨੂੰ ਦਿਹਾੜੀ ਡੰਗ ਭੁੱਖੀ ਹੀ ਕਿਉਂ ਨਾ ਰਹਿਣਾ ਪਵੇ। ਕਿਸੇ ਤਰ੍ਹਾਂ ਪ੍ਰੋਫੈਸਰ ਦੇ ਦਿਲ ਵਿੱਚ ਇਹ ਜਾਣਦਿਆਂ ਵੀ ਕਿ ਉਹ ਉਸਦੇ ਲਈ ਕਿਸੇ ਤਰ੍ਹਾਂ ਵੀ ਲਾਭਦਾਇਕ ਨਹੀਂ ਹੋਵੇਗੀ, ਇਹ ਸ਼ੁਭ ਭਾਵਨਾ ਉੱਠੀ ਕਿ ਉਹ ਉਸਨੂੰ ਆਪਣੇ ਘਰ ਹੀ ਲੈ ਜਾਵੇ। ਪਰ ਉਸਦੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਣ ਕਾਰਨ ਉਹ ਉਸਨੂੰ ਘਰ ਨਹੀਂ ਲੈ ਕੇ ਜਾ ਸਕਦਾ ਸੀ, ਕਿਉਂਕਿ ਉਹ ਬੇਵੱਸ ਸੀ। ਉਸਦੇ ਦਿਲ ਵਿੱਚ ਫੇਰ ਇੱਕ ਨਿੱਕੀ ਜਿਹੀ ਨੇਕੀ ਕਰਨ ਦੀ ਇੱਛਾ ਉਭਰੀ ਕਿ ਉਹ ਉਸਨੂੰ ਬੱਸ ਵਿੱਚ ਬਿਠਾ ਦੇਵੇ, ਪਰ ਅੰਗਰੇਜ਼ੀ ਮਹੀਨਾ ਅਖੀਰਲੇ ਹਫ਼ਤੇ ਵਿੱਚ ਪ੍ਰਵੇਸ਼ ਕਰ ਚੁੱਕਾ ਸੀ। ਉਸਨੂੰ ਪਤਾ ਸੀ ਕਿ ਉਸਦੀ ਜੇਬ ਵਿੱਚ ਕੁੱਲ 3 ਨਵੇਂ ਪੈਸੇ ਹਨ ਤੇ ਇਹ ਪੈਸੇ ਤਾਂ ਮਸੀਂ ਉਸਨੂੰ ਉਸਦੀ ਮੰਜ਼ਿਲ ਦੇ ਅੱਧ ਵਿੱਚ ਵੀ ਨਹੀਂ ਅਪੜਾ ਸਕਣਗੇ, ਪਰ ਚਲੋ ਅੱਧ ਤੱਕ ਤਾਂ ਹੀ ਸੀ, ਇਸਦਾ ਕੁਝ ਭਾਰ ਤਾਂ ਹਲਕਾ ਹੋਵੇਗਾ। ਪ੍ਰੋਫੈਸਰ ਨੇ ਸੋਚਿਆ, ਮੈਂ ਕਹਿ ਦੇਵਾਂਗਾ ਕਿ ਉਹ ਅੱਗੋਂ ਦਿਨ ਢਲੇ ਤੁਰੇ ਤੇ ਮੂਰਖਤਾ ਨਾਲ ਪੈਰ ਨਾ ਸਾੜੇ। ਹੁਣ ਪ੍ਰੋਫੈਸਰ ਦੇ ਸਾਹਮਣੇ ਅਚਾਨਕ ਨੰਨੇ ਦਿਨੇਸ਼ ਦਾ ਚਿਹਰਾ ਆਣ ਖਲੋਤਾ, ਜਿਹੜਾ ਦਿਨ ਚੜ੍ਹਦੇ ਹੀ ਰਸ ਦੀ ਰੱਟ ਲਗਾ ਰੱਖਦਾ ਸੀ। ਤੇ ਰਸ ਵੀ ਕੋਈ ਸੁਗਾਤ ਹੈ, ਸੁੱਕੀ ਹੋਈ ਰੋਟੀ 3 ਨਵਿਆਂ ਪੈਸਿਆਂ ਦੀ, ਤੇ 3 ਨਵੇਂ ਪੈਸੇ ਵੀ ਕੋਈ ਆਪਣੇ ਬੱਚੇ ਤੇ ਉਸਦੀ ਖੁਸ਼ੀ ਲਈ ਨਾ ਖਰਚ ਸਕੇ ਤਾਂ ਉਸਨੂੰ ਸਾਰਾ ਦਿਨ ਰੋਂਦਾ ਦੇਖੇ। ਫਿਰ ਉਹ ਸੋਚਣ ਲੱਗਾ ਕਿ ਬੁੱਢੇ ਜਿੰਨੇ ਦਾ ਕੋਈ ਨਹੀਂ, ਇਹਨਾਂ ਦਾ ਕੀ ਬਣੂ, ਇਹਨਾਂ ਦੀ ਪਾਲਣਾ ਕੌਣ ਕਰੂ। ਜੇ ਕੋਈ ਨਾ ਕਰੇ ਤਾਂ ਇਹ ਮੰਗਤਿਆਂ ਦੀਆਂ ਫੌਜਾਂ ਵਿੱਚ ਭਰਤੀ ਹੋਣ ਕਿ ਨਾ। ਮੈਂ ਕੁਝ ਪੈਸੇ ਲੋਕਾਂ ਕੋਲੋਂ ਮੰਗ ਕੇ ਤੇ ਕੁਝ ਆਪਣੇ ਕੋਲੋਂ ਪਾ ਕੇ ਇਸ ਮਾਈ ਨੂੰ ਬਾਗਾਂ ਵਾਲੇ ਦੀ ਟਿਕਟ ਲੈ ਦੇਵਾਂਗਾ। ਝੱਟ ਹੀ ਉਹ ਕੁਝ ਹੋਰ ਸੋਚਣ ਲੱਗਾ ਕਿ ਪੈਸੇ ਮੰਗਾਂਗਾ ਤਾਂ ਲੋਕੀ ਕਹਿਣਗੇ ਪ੍ਰੋਫੈਸਰ 8 ਆਨਿਆਂ ਦੇ ਪੈਸੇ ਵੀ ਆਪਣੇ ਕੋਲ ਨਹੀਂ ਖਰਚ ਸਕਦਾ, ਤੇ ਆਪਣੀਆਂ ਸਲਾਮਾਂ ਖੁੱਸ ਜਾਣਗੀਆਂ। ਉਸਦੇ ਵਿਚਾਰਾਂ ਨੇ ਹੋਰ ਵੀ ਪਾਸਾ ਪਰਤਿਆ। ਅੱਛਾ, ਮੈਂ ਆਪ ਹੀ ਉਸਨੂੰ ਬਾਗਾਂ ਵਾਲੇ ਤੱਕ ਕਿਉਂ ਨਾ ਛੱਡ ਆਵਾਂ। ਹੁਣ ਉਸਨੂੰ ਆਪਣੇ ਬੁਢਾਪੇ ਦਾ ਅਹਿਸਾਸ ਹੋਇਆ, ਜਿਸਨੂੰ ਉਹ ਕਦੇ ਕਿਸੇ ਸਾਹਮਣੇ ਨਹੀਂ ਸੀ ਮੰਨਦਾ। ਨਾਲੇ ਉਸ ਰੋਟੀ ਵੀ ਹਾਲੇ ਖਾਣੀ ਸੀ। ਥਕਾਵਟ ਨਾਲ ਉਹ ਚੂਰ ਹੋ ਚੁੱਕਾ ਸੀ। ਉਸ ਕੋਲ ਪੜ੍ਹਾਉਣ ਲਈ ਪੜ੍ਹ ਲਿਖ ਨਹੀਂ ਸੀ ਹੋਣਾ। ਜਮਾਤਾਂ ਵਿੱਚ ਗੱਪਾਂ ਮਾਰਨ ਦੀ ਉਸਦੀ ਆਦਤ ਨਹੀਂ ਸੀ, ਅਤੇ ਪੈਸੇ ਲੈ ਕੇ ਤਸੱਲੀ ਨਾਲ ਨਾ ਪੜ੍ਹਾਉਣਾ ਉਹ ਪਾਪ ਸਮਝਦਾ ਸੀ। ਉਸਨੂੰ ਜੇਬ ਵਿਚਲੇ ਪੈਸਿਆਂ ਨਾਲੋਂ ਬੁੱਢੀ ਦੀ ਸਹਾਇਤਾ ਕਰਨ ਦਾ ਫੇਰ ਉਭਾਰ ਉੱਠਿਆ। ਫਿਰ ਉਸਨੂੰ ਝੱਟ ਚੇਤਾ ਆਇਆ ਕਿ ਉਸਨੇ ਧੋਬੀ ਦੀ ਧਵਾਈ ਵੀ ਦੇਣੀ ਹੈ। ਹੁਣ ਸ਼ਹਿਰ ਦਾ ਮੋੜ ਆ ਗਿਆ ਸੀ ਤੇ ਉਹ ਨਾ ਚਾਹੁੰਦਿਆਂ ਵੀ ਪ੍ਰੋਫੈਸਰ ਨੇ ਉਸ ਮਾਈ ਨੂੰ ਕਿਹਾ, ਮਾਈ ਸ਼ਹਿਰ ਆ ਗਿਆ, ਮੈਂ ਸ਼ਹਿਰ ਨੂੰ ਮੁੜ ਜਾਣਾ ਹੈ।
ਤੇ ਉਸਨੇ ਸਾਈਕਲ ਦੇ ਬ੍ਰੇਕ ਲਾ ਕੇ ਸਾਈਕਲ ਰੋਕ ਲਈ। ਮਾਈ ਨਾ ਉਤਰੀ। ਪ੍ਰੋਫੈਸਰ ਨੇ ਔਖਿਆਂ ਹੋ ਕੇ ਖੜੇ ਸਾਈਕਲ ਤੋਂ ਅੱਗਿਓਂ ਦੀ ਲੱਤ ਘੁਮਾਈ ਤੇ ਉਤਰ ਕੇ ਮਾਈ ਨੂੰ ਉਤਾਰਿਆ। ਉਸਦਾ ਗੰਦਾ ਥੈਲਾ ਲਾ ਕੇ ਉਸਨੂੰ ਫੜਾਇਆ। ਕਮੇਟੀ ਦੀ ਚੌਂਕੀ ਦਾ ਬਾਬੂ ਘਿਰਣਾ ਭਰੀ ਨਜ਼ਰ ਨਾਲ ਪ੍ਰੋਫੈਸਰ ਨੂੰ ਦੇਖ ਰਿਹਾ ਸੀ ਕਿ ਬਾਘਾਂ ਵਾਲੇ ਦੀ ਬੱਸ ਮੋੜ ਤੇ ਆਣ ਖਲੋਤੀ। ਬੱਸ ਚਲੀ ਗਈ, ਪਰ ਪ੍ਰੋਫੈਸਰ ਨੇਕੀ ਤੇ ਮਜਬੂਰੀ ਵਿਚਕਾਰ ਝੂਟੇ ਲੈਂਦਾ ਰਿਹਾ ਅਤੇ ਆਖਰ ਮਜਬੂਰੀ ਦੇ ਹੱਥੋਂ ਹਾਰ ਖਾ ਬੈਠਾ। ਉਸਨੇ ਜਦੋਂ ਘਰ ਜਾਣ ਲਈ ਸਾਈਕਲ ਮੋੜਿਆ ਤਾਂ ਲਾਲ ਚੀਰੇ ਤੇ ਸਧਾਰਨ ਕੱਪੜਿਆਂ ਵਾਲਾ ਸਾਈਕਲ ਸਵਾਰ ਸ਼ਹਿਰੋਂ ਮੁੜ ਕੇ ਆ ਰਿਹਾ ਸੀ। ਪ੍ਰੋਫੈਸਰ ਉਸ ਪੱਥਰ ਦਿਲ ਇਨਸਾਨ ਨੂੰ ਕੁਝ ਨਾ ਕਹਿਣਾ ਚਾਹੁੰਦਾ ਹੋਇਆ ਵੀ ਕੁਝ ਕਹਿਣਾ ਚਾਹੁੰਦਾ ਸੀ ਕਿ ਸਾਈਕਲ ਸਵਾਰ ਨੇ ਮਾਈ ਨੂੰ ਦੇਖ ਕੇ ਕਿਹਾ, ਆ ਗਈ ਹੈ ਮਾਂ, ਛੇਤੀ ਹੀ ਆ ਗਈ ਹੈ। ਮੇਰਾ ਕੰਮ ਵੀ ਛੇਤੀ ਹੀ ਮੁੱਕ ਗਿਆ। ਚੱਲ ਬੈਠ, ਮੈਂ ਤੇ ਬਾਘਾਂ ਵਾਲੇ ਤੀਕ ਜਾਣਾ ਹੈ। ਤੈਨੂੰ 2 ਪੈਰ ਗਾਂ ਸਹੇੜੇ ਹੀ ਛੱਡ ਆਊਂ। ਵੀਰ ਉਹ ਦੂਜਾ ਵੀਰ ਇੱਥੋਂ ਤੱਕ ਲੈ ਆਇਆ। ਜੀਂਦਾ ਰਹਿਣਾ। ਛੇਤੀ ਹੀ ਆ ਗਈ। ਪ੍ਰੋਫੈਸਰ ਨੇ ਆਪਣੇ ਸਾਈਕਲ ਦਾ ਸਟੈਂਡ ਲਾ ਕੇ ਮਾਈ ਨੂੰ ਚੁੱਕ ਕੇ ਲਾਲ ਚੀਰੇ ਵਾਲੇ ਦੇ ਕੈਰੀਅਰ ਤੇ ਬਿਠਾਇਆ ਤੇ ਉਸਦਾ ਥੈਲਾ ਉਸਦੇ ਸਾਈਕਲ ਦੇ ਹੈਂਡਲ ਨਾਲ ਲਮਕਾ ਦਿੱਤਾ। ਲਾਲ ਚੀਰੇ ਵਾਲੇ ਨੇ ਪ੍ਰੋਫੈਸਰ ਵੱਲ ਇਹੋ ਜਿਹੀ ਤੱਕਣੀ ਨਾਲ ਤੱਕਿਆ ਜਿਵੇਂ ਜਿਸ ਨੂੰ ਉਹ ਉਪਰਾ ਸਮਝਦਾ ਸੀ ਉਹ ਆਪਣਾ ਹੀ ਨਿਕਲ ਆਇਆ ਹੋਵੇ, ਪਰ ਉਹ ਕੁਝ ਮੂੰਹੋਂ ਨਾ ਬੋਲਿਆ। ਅੱਖਾਂ ਹੀ ਅੱਖਾਂ ਨਾਲ ਉਸਨੇ ਪ੍ਰੋਫੈਸਰ ਨਾਲ ਸਾਂਝ ਪਾ ਲਈ ਅਤੇ ਉਸ ਸਾਂਝ ਵਿੱਚ ਪ੍ਰੋਫੈਸਰ ਨੇ ਇਉਂ ਪ੍ਰਤੀਤ ਕੀਤਾ ਜਿਵੇਂ ਆਪਣੇ ਘਾਟੇ ਨੂੰ ਪੂਰਾ ਕਰ ਲਿਆ ਹੋਵੇ। ਇਸ ਤਰ੍ਹਾਂ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਕਹਾਣੀ ਸਾਂਝ ਚੰਗੀ ਤਰ੍ਹਾਂ ਸਮਝ ਲੱਗ ਚੁੱਕੀ ਹੋਵੇਗੀ। ਧੰਨਵਾਦ।